वाहो वाहो बानी निरंकार है। वाहो वाहो बानी निरंकार है। तिस जे वड अवर न कोई। तिस जे वड अवर न कोई। बानी निरंकार है। बानी निरंकार है। बानी निरंकार है। बानी निरंकार है। वाहिगुरु जी वाहिगुरु। वाहिगुरु जी वाहिगुरु। वाहिगुरु वाहिगुरु। गुरु प्यारी साध संगत जीओ, वाहिगुरु जी का खालसा, वाहिगुरु जी की फतेह। गुरु प्यारी साध संगत जीओ, इस हफ्ते गुरमुख प्यारिਆਂ ने जो शब्द का अभ्यास दिता सी, गुरु साहब जी किरपा करन आप ही अपनी बाणी दी विचार करवा लैन, क्योंकि ये बाणी वो अथाह समुंदर है जिस विच अनेकां ही हीरे जवाहरात हैं अते बाणी बहुत वड्डा खजाना है अते खजाने दी कुंजी गुरु भगतां संतां दे हत्थ है। गुरु साहब जी साडे ते भी किरपा करन, सानू भी सूझी बख्शण ते आप विच वरत के बाणी दी विचार करवा लैन। पौड़ी नाउ तेरा निरंकार है। नाए लय नरक न जाइए। जियो पिंड सब तिसदा देखा जे आख गवाइए। जय लोड़े चंगा अपना कर पुन्नो नीच सदाइए। जे जरवाना पर हरे जरवेश करे दियाइए। को रहे न परिये पाइए। को रहे न परिये पाइए। नाव तेरा निरंकार है। नाए लय नरक न जाइए। गुरु साहब जी कहते हैं कि वाहिगुरु जी तेरा नाम ही निरंकार है, क्योंकि तुसी आकार रहत हो, तेरा कोई रूप नहीं, पर तुसी सरगुण ते निर्गुण रूप भी हो। क्योंकि बाणी कहती है कि ये विश्व संसार तुम देखते हर का रूप है, पर तुसी निर्गुण हो, क्योंकि तुहाडा कोई स्वरूप नहीं, तुसी अपने नाम दे विच आप ही हो। सतगुरु जी कहते हैं कि जेड़ा भी जीव तुहाडा नाम जपदा है वो नरकां नूं नहीं जांदा, भाव के विकारां तो बचिया रहिंदा है, उसनूं आत्मक मौत नहीं आंदी। क्योंकि तुहाडे नाम दी विचार उस जीव दे जीवन विच हुंदी है अते उसदा जीवन चढ़दी कला विच रहिंदा है। जियो पिंड सब तिसदा देखा जे आख गवाइए। गुरु साहब जी कहते हैं कि ये जिंद अते शरीर सब कुछ वाहिगुरु जी दा है, क्योंकि वो परमात्मा ही जीव नूं माँ दे गर्भ विच रखदा है ते सवास सवास उसकी पालना करदा है। गुरु साहब जी कहते हैं
ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਇਸੇ ਤਰ੍ਹਾਂ ਜਦੋਂ ਜੀਵ ਸੰਸਾਰ ਵਿੱਚ ਆਉਂਦਾ ਹੈ ਤਾਂ ਉਹ ਪਰਮਾਤਮਾ ਜੀਵਾਂ ਨੂੰ ਪਾਲਣ ਵਾਸਤੇ ਅਨੇਕਾਂ ਤਰ੍ਹਾਂ ਦੇ ਪਦਾਰਥ ਦਿੰਦਾ ਹੈ। ਇਸ ਕੁਦਰਤ ਵਿੱਚ ਪਰਮਾਤਮਾ ਨੇ ਅਨੇਕਾਂ ਪ੍ਰਕਾਰ ਦੇ ਫਲ, ਸਬਜ਼ੀਆਂ, ਅਨਾਜ, ਹੋਰ ਬਹੁਤ ਤਰ੍ਹਾਂ ਦੇ ਜੀਵ ਨੂੰ ਪਾਲਣ ਵਾਸਤੇ ਅਨੇਕਾਂ ਵਸਤਾਂ ਦੇ ਭੰਡਾਰ ਭਰੇ ਹਨ, ਜਿਸ ਦਾ ਅੰਦਾਜ਼ਾ ਲਾਉਣਾ ਵਿਅਰਥ ਹੈ, ਕਿਉਂਕਿ ਉਸ ਪਰਮਾਤਮਾ ਨੇ ਕੁਦਰਤ ਵਿੱਚ ਜੀਵ ਨੂੰ ਬਹੁਤ ਕੁਝ ਦਿੱਤਾ ਹੈ। ਜੇ ਲੋੜੇ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਏ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਜੀਵ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਆਪਣੇ ਆਪ ਨੂੰ ਨੀਵਾ ਅਖਵਾ, ਕਿਉਂਕਿ ਇਹ ਤਾਂ ਉਸ ਮਾਲਕ ਦੀ ਕਿਰਪਾ ਹੈ ਕਿ ਉਸਨੇ ਤੈਨੂੰ ਪੈਦਾ ਕਰਕੇ ਤੈਨੂੰ ਇਹ ਸੂਝ ਬਖਸ਼ੀ ਹੈ ਕਿ ਤੂੰ ਚੰਗੇ ਕੰਮ ਕਰੇ, ਮਨੁੱਖਤਾ ਦਾ ਭਲਾ ਕਰੇ ਅਤੇ ਆਪਣੀ ਹਉਮੈ ਨੂੰ ਤਿਆਗ ਕੇ ਨਿਮਰਤਾ ਵਿੱਚ ਰਹੇ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਜੀਵ, ਚੰਗਾ ਕੰਮ ਕਰਕੇ ਇਹ ਆਖ ਕੇ ਉਸ ਪਰਮਾਤਮਾ ਨੇ ਕਰਾਇਆ ਹੈ, ਇਹ ਉਸ ਦੀ ਨਦਰ ਹੈ ਕਿ ਉਹ ਚੰਗਾ ਬਣਾਵੇ ਜਾਂ ਮਾੜਾ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਜੀਵ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਦੂਜਿਆਂ ਦਾ ਭਲਾ, ਮਨੁੱਖਤਾ ਦੀ ਸੇਵਾ ਕਰ। ਅਤੇ ਸਤਿਗੁਰ ਜੀ ਕਹਿੰਦੇ ਹਨ ਕਿ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਜਦੋਂ ਤੁਸੀਂ ਨੀਵੇਂ ਹੋ ਕੇ ਭਾਵ ਨਿਮਰਤਾ ਵਿੱਚ ਵਿਚਰਦੇ ਹੋ ਤਾਂ ਪਰਮਾਤਮਾ ਵੀ ਤੁਹਾਨੂੰ ਬਹੁਤ ਮਾਣ ਵਡਿਆਈ ਦਿੰਦਾ ਹੈ। ਜੇ ਜਰਵਾਣਾ ਪਰ ਹਰੇ, ਜਰਵੇਸ ਕਰੇ ਦੀ ਆਈਏ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇ ਕੋਈ ਚਾਹੇ ਕਿ ਮੈਂ ਆਪਣੇ ਸਰੀਰ 'ਤੇ ਵਡੇਪਾ ਨਹੀਂ ਆਉਣ ਦੇਣਾ ਤਾਂ ਇਹ ਫਜ਼ੂਲ ਯਤਨ ਹੈ, ਕਿਉਂਕਿ ਵਡੇਪੇ ਨੇ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਆ ਹੀ ਜਾਣਾ ਹੈ। ਆਪਾਂ ਸਾਰੇ ਆਪਣੇ ਵੱਲ ਹੀ ਤੱਕ ਲੈਂਦੇ ਹਾਂ ਕਿ ਜਦੋਂ ਬਚਪਨ ਸੀ ਉਦੋਂ ਮਨੁੱਖ ਦਾ ਸਰੀਰ ਕਿਵੇਂ ਸੀ ਅਤੇ ਜਦੋਂ ਜਵਾਨੀ ਹੁੰਦੀ ਹੈ ਉਦੋਂ ਕਿਵੇਂ ਹੁੰਦਾ ਹੈ। ਬਚਪਨ ਵਿੱਚ ਸਿਰਫ ਖਾਣ ਪੀਣ ਅਤੇ ਖੇਡਣ ਕੁੱਦਣ ਵਿੱਚ ਰੁਚੀ ਹੁੰਦੀ ਹੈ। ਜਿਵੇਂ ਜਿਵੇਂ ਵੱਡਾ ਹੁੰਦਾ ਹੈ ਫਿਰ ਪੜ੍ਹਾਈ ਦੀ ਚਿੰਤਾ, ਫਿਰ ਜਵਾਨੀ ਵਿੱਚ ਪੈਸਾ ਕਮਾਉਣ ਦੀ ਦੌੜ ਭੱਜ, ਹੋਰ ਜ਼ਿੰਮੇਵਾਰੀਆਂ, ਫਿਰ ਵਡੇਪਾ ਸ਼ੁਰੂ ਹੁੰਦਾ ਹੈ ਅਤੇ ਸਰੀਰ ਵਿੱਚ ਸ਼ਕਤੀ ਘਟਦੀ ਜਾਂਦੀ ਹੈ, ਦੌੜ ਭੱਜ ਵੀ ਘੱਟ ਜਾਂਦੀ ਹੈ। ਭਾਵੇਂ ਮਨੁੱਖ ਬਾਹਰੋਂ ਬਹੁਤ ਯਤਨ ਕਰਦਾ ਹੈ ਕਿ ਅਨੇਕਾਂ ਪ੍ਰਕਾਰ ਦੀਆਂ ਵਸਤਾਂ ਵਰਤ ਕੇ ਆਪਣਾ ਵਡੇਪਾ ਲੁਕੋ ਲਵਾਂ, ਪਰ ਫਿਰ ਵੀ ਵਡੇਪਾ ਕਿਸੇ ਨਾ ਕਿਸੇ ਰੂਪ ਵਿੱਚ ਵੇਸ ਧਾਰ ਕੇ ਆ ਹੀ ਜਾਂਦਾ ਹੈ। ਕੋ ਰਹੇ ਨ ਭਰੀਏ ਪਾਈਏ। ਸਤਿਗੁਰ ਜੀ ਕਹਿੰਦੇ ਹਨ ਕਿ ਜਦੋਂ ਜੀਵ ਦੇ ਸਵਾਸ ਪੂਰੇ ਹੋ ਜਾਂਦੇ ਹਨ ਤਾਂ ਕੋਈ ਜੀਵ ਇਸ ਸੰਸਾਰ ਵਿੱਚ ਰਹਿ ਨਹੀਂ ਸਕਦਾ, ਕਿਉਂਕਿ ਪਰਮਾਤਮਾ ਨੇ ਜੀਵ ਦੇ ਸਵਾਸਾਂ ਦਾ ਲੇਖਾ ਪਹਿਲਾਂ ਹੀ ਲਿਖ ਕੇ ਜੀਵ ਨੂੰ ਭੇਜਿਆ ਹੁੰਦਾ ਹੈ। ਇੱਥੇ ਤਾਂ ਸਿਰਫ ਇਹ ਸਰੀਰ ਮਿੱਟੀ ਰਹਿ ਜਾਂਦਾ ਹੈ। ਇਹ ਜਿੰਦ ਆਤਮਾ ਉਸ ਪਰਮਾਤਮਾ ਕੋਲ ਚਲੀ ਜਾਂਦੀ ਹੈ। ਸਤਿਗੁਰ ਜੀ ਕਹਿੰਦੇ ਹਨ ਕਿ ਅਸੀਂ ਜੀਵ ਪੰਛੀ ਹਾਂ, ਸਾਨੂੰ ਜਗਤ ਵਿੱਚ ਅਕਾਲ ਪੁਰਖ ਨੇ ਭੇਜਿਆ ਹੈ। ਜਿਵੇਂ ਕੋਈ ਰੁੱਖ ਪੰਛੀਆਂ ਦੇ ਰਾਤ ਵਿਸਰਾਮ ਲਈ ਆਸਰਾ ਹੁੰਦਾ ਹੈ, ਤਿਵੇਂ ਉਹ ਸਰਵ ਵਿਆਪਕ ਹਰੀ ਸਾਡਾ ਜੀਵ ਪੰਛੀਆਂ ਦਾ ਆਸਰਾ ਹੈ। ਅਤੇ ਇੱਕ ਦਿਨ ਸਭਨਾਂ ਨੇ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ।
ਸਾਰੇ ਸ਼ਬਦ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਦਾ ਨਾਮ ਵਾਹਿਗੁਰੂ ਨਿਰੰਕਾਰ ਹੈ ਤੇ ਉਸ ਦਾ ਨਾਮ ਜਪਦਿਆਂ ਜੀਵ ਵਿਸ਼ੇ ਵਿਕਾਰਾਂ ਦੇ ਨਰਕ ਤੋਂ ਬਚਿਆ ਰਹਿੰਦਾ ਹੈ ਅਤੇ ਇਹ ਜਿੰਦ ਅਤੇ ਸਰੀਰ ਪਰਮਾਤਮਾ ਦਾ ਦਿੱਤਾ ਹੈ। ਇਸ ਨੂੰ ਹਮੇਸ਼ਾ ਚੰਗੇ ਪਾਸੇ ਲਾਉਣਾ ਚਾਹੀਦਾ ਹੈ ਅਤੇ ਨਿਮਰਤਾ ਵਿੱਚ ਵਿਚਰਨਾ ਚਾਹੀਦਾ ਹੈ ਅਤੇ ਇਹ ਜੀਵਨ ਬੁਢੇਪੇ ਵਿੱਚ ਬਦਲ ਜਾਣਾ ਹੈ ਤੇ ਆਖਰ ਆਪਣੇ ਸਵਾਸ ਪੂਰੇ ਕਰਕੇ ਦੁਨੀਆ ਤੋਂ ਚਲੇ ਜਾਣਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹਨ। ਗੁਰੂ ਸਾਹਿਬ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ। ਬਖਸ਼ ਦੇਣਾ ਅਤੇ ਸਾਡੀ ਅਰਦਾਸ ਕਰਨੀ ਕਿ ਸਤਿਗੁਰੂ ਸਾਨੂੰ ਸੋਝੀ ਬਖਸ਼ਣ, ਸਮੱਤ ਬਖਸ਼ਣ, ਚੰਗਾ ਜੀਵਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।